ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਜ਼ਨ 1469 ਵਿੱਚ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਹਮ ਹਿੰਦੂ ਨਹੀਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਗੱਲ ਕੀਤੀ ਸੀ ਕਿ ਇੱਕ ਹਿੰਦੂ ਵੀਰ ਦਾ ਜਿਹੜਾ ਸਵਾਲ ਸੀ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਬ੍ਰਾਹਮਣਾਂ ਲਈ ਜਿਹੜੀ ਹੈ ਆਪਣੀ ਕੁਰਬਾਨੀ ਦਿੱਤੀ, ਇਸ ਕਰਕੇ ਉਹਨਾਂ ਨੇ ਸੀਸ ਦਿੱਤਾ, ਇਸ ਕਰਕੇ ਜਿਹੜੇ ਸਿੱਖ ਹੈ ਉਹ ਹਿੰਦੂ ਸਿੱਧ ਹੁੰਦੇ ਨੇ। ਅਤੇ ਇਹਦੇ ਨਾਲ ਕੋਈ ਕਹਿੰਦੇ ਵੀ ਤੁਹਾਡੇ ਜਿਹੜੀਆਂ ਸਾਖੀਆਂ ਹੈ ਉਹਦੇ ਵਿੱਚ ਕਈ ਵਾਰ ਇਹ ਲਿਖਿਆ ਮਿਲਦਾ ਹੈ ਵੀ ਜਿਹੜੇ ਸਿੱਖ ਹੈ ਉਹ ਹਿੰਦੂ ਨੇ। ਤਾਂ ਉਹਦਾ ਜਵਾਬ ਪਿਛਲੇ ਐਪੀਸੋਡ ਦੇ ਵਿੱਚ ਜਿਹੜਾ ਭਾਈ ਕਾਹਨ ਸਿੰਘ ਨਾਭਾ ਨੇ ਦਿੱਤਾ ਸੀ, ਉਹ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਉਹਦੀ ਵਿਚਾਰ ਕੀਤੀ ਸੀ। ਅੱਜ ਅਸੀਂ ਉਸ ਪ੍ਰਸ਼ਨ ਤੋਂ ਬਾਅਦ, ਉਸ ਉੱਤਰ ਤੋਂ ਬਾਅਦ ਜਿਹੜਾ ਹਿੰਦੂ ਵੀਰ ਨੇ ਸਵਾਲ ਅੱਗੇ ਕੀਤਾ ਹੈ, ਅੱਜ ਦੀ ਵੀਡੀਓ ਦੇ ਵਿੱਚ ਉਹਦੀ ਅਸੀਂ ਵਿਚਾਰ ਕਰਾਂਗੇ। ਉਹ ਸੀ ਕਿ ਆਪ ਜਿਨ੍ਹਾਂ ਸ਼ਬਦਾਂ ਦੇ ਹਵਾਲੇ ਦਿੰਦੇ ਹੋ ਇਹ ਗਿਆਨ ਕਾਂਡ ਦੇ ਹਨ। ਵੇਦ ਵਿੱਚ ਕਰਮ, ਉਪਾਸ਼ਨਾ ਔਰ ਗਿਆਨ ਇਹ ਤਿੰਨ ਕਾਂਡ ਵੱਖੋ ਵੱਖ ਹਨ। ਆਚਾਰਿਆ ਯੋਗ ਜੈਸਾ ਅਧਿਕਾਰੀ ਦੇਖਦੇ ਹਨ ਇਹੋ ਜਿਹਾ ਉਪਦੇਸ਼ ਕਰਦੇ ਹਨ। ਇਸ ਵਾਸਤੇ ਇਹਨਾਂ ਸ਼ਬਦਾਂ ਦਾ ਉਪਦੇਸ਼ ਹਰੇਕ ਵਾਸਤੇ ਨਹੀਂ ਹੈ। ਹੁਣ ਇਹ ਜਿਹੜਾ ਫਿਰ ਸਵਾਲ ਹਿੰਦੂ ਵੀਰ ਕਰਦਾ ਹੈ, ਉਹਦਾ ਉੱਤਰ ਇੱਕ ਸਿੱਖ ਦੇ ਰੂਪ ਵਿੱਚ ਭਾਈ ਕਾਹਨ ਸਿੰਘ ਨਾਭਾ ਨੇ ਕੀ ਲਿਖਿਆ ਹੈ ਉਹ ਆਪਾਂ ਪੜ੍ਹਦੇ ਹਾਂ। ਪਿਆਰੇ ਭਾਈ, ਸਾਡੇ ਸਤਿਗੁਰਾਂ ਨੇ ਇਹ ਸ਼ਬਦ ਸਭ ਦੇ ਹਿੱਤ ਲਈ ਯਥਾਰਥ ਉਚਾਰਨ ਕੀਤੇ ਹਨ, ਕਿਸੇ ਖਾਸ ਕਾਂਡ ਦੇ ਅਧਿਕਾਰੀ ਵਾਸਤੇ ਨਹੀਂ। ਔਰ ਸਿੱਖ ਮਤ ਵਿੱਚ ਆਪ ਦੇ ਧਰਮ ਦੀ ਤਰ੍ਹਾਂ ਕਰਮ, ਉਪਾਸ਼ਨਾ ਔਰ ਗਿਆਨ ਕਾਂਡ ਨਹੀਂ। ਅਸੀਂ ਪੰਥ ਦੀ ਸੇਵਾ, ਉਪਕਾਰ, ਨਾਮ, ਦਾਨ, ਇਸ਼ਨਾਨ ਔਰ ਧਰਮ ਕਿਰਤ ਆਦਿਕ ਸ਼ੁਭ ਕਰਮਾਂ ਨੂੰ ਕਰਮ ਕਾਂਡ ਜਾਣਦੇ ਹਾਂ। ਆਪ ਦੀ ਤਰ੍ਹਾਂ ਚਮਚਿਆਂ ਨਾਲ ਪਾਣੀ ਫੱਕਣਾ, ਕੰਨ ਨੱਕ ਨੂੰ ਹੱਥ ਲਾ ਤਾੜੀਆਂ ਮਾਰਨੀਆਂ ਔਰ ਕੀ ਜੇ ਉੱਤਮ ਪਦਾਰਥ ਨੂੰ ਬਿਰਥਾ ਅੱਗ ਵਿੱਚ ਫੂਕਣਾ ਇਤਿਆਦਿ ਕਰਮਾਂ ਨੂੰ ਕਰਮ ਕਾਂਡ ਨਹੀਂ ਮੰਨਦੇ। ਔਰ ਮਨ ਨੂੰ ਠਹਿਰਾ ਕੇ ਗੁਰਬਾਣੀ ਦਾ ਪਾਠ ਔਰ ਨਾਮ ਅਭਿਆਸ ਕਰਨਾ, ਵਾਹਿਗੁਰੂ ਨੂੰ ਸਰਬਵਿਆਪੀ ਮੰਨ ਕੇ ਉਸ ਦੇ ਪ੍ਰੇਮ ਵਿੱਚ ਨਿਮਗਨ ਹੋਣਾ ਹੀ ਸਿੱਖ ਧਰਮ ਵਿੱਚ ਉਪਾਸ਼ਨਾ ਹੈ। ਆਪ ਦੇ ਮਤ ਦੀ ਤਰ੍ਹਾਂ ਕਿਸੇ ਮੂਰਤ ਨੂੰ ਅੱਗੇ ਰੱਖ ਕੇ ਘੰਟੇ ਵਜਾਉਣੇ ਔਰ ਭੋਗ ਲਾਣੇ ਉਪਾਸ਼ਨਾ ਨਹੀਂ ਹੈ। ਇਸੇ ਤਰ੍ਹਾਂ ਅਕਾਲ ਪੁਰਖ ਔਰ ਆਪਣੇ ਆਪ ਦਾ ਯਥਾਰਥ ਪਹਿਚਾਨਣਾ ਸਾਡੇ ਧਰਮ ਵਿੱਚ ਗਿਆਨ ਹੈ। ਸੂਸ਼ਕ ਵੇਦਾਂਤੀਆਂ ਦੀ ਤਰ੍ਹਾਂ ਆਪਣੇ ਆਪ ਨੂੰ ਰੱਬ ਮੰਨ ਕੇ ਭਗਤੀ ਭਾਵ ਤੋਂ ਪਤਿਤ ਹੋ ਕੇ ਅਹੰ ਬ੍ਰਹਮਾਸਮ ਦੇ ਨਾਅਰੇ ਮਾਰਨੇ ਗਿਆਨ ਨਹੀਂ ਹੈ। ਜਿਸ ਬਾਣੀ ਦਾ ਅੰਮ੍ਰਿਤ ਛਕਣ ਵੇਲੇ ਉਪਦੇਸ਼ ਹੁੰਦਾ ਹੈ ਔਰ ਜੋ ਗੁਰਸਿੱਖਾਂ ਲਈ ਨਿਤ ਪੜ੍ਹਨੀ ਵਿਧਾਨ ਹੈ, ਉਸ ਵਿੱਚ ਤਿੰਨੇ ਕਾਂਡ ਭਰੇ ਹੋਏ ਹਨ ਜਿਨ੍ਹਾਂ ਨੂੰ ਗੁਰਮਤ ਅਨੁਸਾਰ ਸਿੱਖ ਮੰਨਦੇ ਔਰ ਅਮਲ ਕਰਦੇ ਹਨ। ਅੱਗੇ ਹਿੰਦੂ ਵੀਰ ਦਾ ਸਵਾਲ ਦੇਖੋ, ਗੁਰੂ ਗ੍ਰੰਥ ਸਾਹਿਬ ਵਿੱਚ ਵੇਦ ਸੁਣਨ ਦੀ ਆਗਿਆ ਹੈ। ਸੁਣਿਆ ਸਾਸਤ ਸਿਮਰਤ ਵੇਦ। ਹੁਣ ਭਾਈ ਕਾਹਨ ਸਿੰਘ ਨਾਭਾ ਇੱਕ ਸਿੱਖ ਦੇ ਰੂਪ ਵਿੱਚ ਜਵਾਬ ਦਿੰਦੇ ਨੇ, ਇੱਥੇ ਇਹ ਉਪਦੇਸ਼ ਨਹੀਂ ਕਿ ਸਿੱਖ ਸ਼ਾਸਤਰ ਅਤੇ ਵੇਦਾਂ ਨੂੰ ਆਪਣੇ ਧਰਮ ਪੁਸਤਕ ਮੰਨ ਕੇ ਸੁਣਨ। ਇਸ ਜਗ੍ਹਾ ਸੁਣਨ ਦਾ ਪ੍ਰਕਰਣ ਔਰ ਮਹਾਤਮ ਚੱਲਿਆ ਹੋਇਆ ਹੈ ਕਿ ਸੁਣਨ ਤੋਂ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਦੇਖੋ, ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ। ਅੱਗੇ ਹਿੰਦੂ ਵੀਰ ਦਾ ਸਵਾਲ, ਗੁਰੂ ਸਾਹਿਬ ਕਹਿੰਦੇ ਹਨ ਵੇਦ ਕਹਿਣ ਇੱਕ ਬਾਤ। ਫਿਰ ਸਿੱਖ ਦਾ ਜਵਾਬ, ਪਿਆਰੇ ਹਿੰਦੂ ਭਾਈ, ਅਗਲੀ ਤੁਕ ਕਿਉਂ ਨਹੀਂ ਪੜ੍ਹਦਾ ਕਿ ਸਹਿਸ 18 ਕਹਿਣ ਕਤੇਬਾਂ ਅਸਲੂ ਇੱਕ ਧਾਤ। ਅੱਗੇ ਹਿੰਦੂ ਵੀਰ, ਦੇਖੋ ਗੁਰੂ ਸਾਹਿਬ ਆਖਦੇ ਹਨ ਅਹਰਣ ਮਤ ਵੇਦ ਹਥਿਆਰ। ਹੁਣ ਇੱਕ ਸਿੱਖ ਦੇ ਰੂਪ ਵਿੱਚ ਭਾਈ ਕਾਹਨ ਸਿੰਘ ਨਾਭਾ ਦਾ ਜਿਹੜਾ ਜਵਾਬ, ਇੱਥੇ ਆਪ ਦੇ ਉਹ ਵੇਦ ਪੁਸਤਕ ਨਹੀਂ ਜਿਨ੍ਹਾਂ ਵਿੱਚ ਅਗਨੀ, ਸੂਰਜ ਅਤੇ ਇੰਦਰ ਆਦਿਕ ਦੇਵਤਿਆਂ ਦੇ ਗੁਣ ਗਾਏ ਹਨ ਔਰ ਖਾਣੇ ਦੀ ਉੱਤਮ ਸਮੱਗਰੀ ਨੂੰ ਭਸਮ ਕਰਨ ਵਾਲਾ ਹਵਨ ਵਿਧਾਨ ਕੀਤਾ ਹੈ। ਇਸ ਜਗ੍ਹਾ ਵੇਦ ਦਾ ਅਰਥ ਯਥਾਰਥ ਗਿਆਨ ਹੈ। ਆਪ ਦੀ ਤਸੱਲੀ ਵਾਸਤੇ ਅਸੀਂ ਆਪ ਦੇ ਹੀ ਸ਼ਾਸਤਰ ਦਾ ਹਵਾਲਾ ਦਿੰਦੇ ਹਾਂ। ਵੇਦ ਨਾਮਕ ਪੋਥੀਆਂ ਦੇ ਨਾਉ ਵੇਦ ਨਹੀਂ। ਵੇਦ ਦਾ ਅਰਥ ਪਰਮ ਗਿਆਨ ਹੈ। ਜੋ ਗਿਆਨ ਨੂੰ ਪ੍ਰਾਪਤ ਹੋ ਕੇ ਪਰਮ ਪਦ ਲੱਭਦਾ ਹੈ, ਉਸੀ ਨੂੰ ਵੇਦ ਗਿਆਤਾ ਆਖੀਦਾ ਹੈ। ਬ੍ਰਹਤ ਪ੍ਰਾਸਰ ਸੰਹਿਤਾ ਅਧਿਆਇ 4। ਅਥਰਵ ਵੇਦ ਸੰਬੰਧੀ ਮੁੰਡਕ ਉਪਨਿਸ਼ਦ ਵਿੱਚ ਲਿਖਿਆ ਹੈ ਕਿ ਇੱਕ ਪਰਾ ਮਹਾਵਿਦਿਆ ਹੈ, ਦੂਜੀ ਅਪਰਾ ਸਧਾਰਨ ਵਿਦਿਆ ਹੈ।
ऋग यजुर साम और अथर्व व्याकरण ज्योतिष आदि सब अपरा विद्या है और परा ਉਹ है जिस करके अविनाशी परमात्मा ਦਾ ਗਿਆਨ ਪ੍ਰਾਪਤ ਹੁੰਦਾ ਹੈ। ਜਪਜੀ ਵਿੱਚ ਜੋ ਵੇਦ ਹਥਿਆਰ ਲਿਖਿਆ ਹੈ ਸੋ ਉਹ ਮਹਾ ਗਿਆਨ ਦਾ ਨਾਮ ਹੈ ਜਿਸ ਨੂੰ ਪਰਾ ਵਿਦਿਆ ਆਖਿਆ ਗਿਆ ਹੈ। ਹੁਣ ਇੱਥੇ ਦੋ ਤਿੰਨ ਜਿਹੜੀਆਂ ਗੱਲਾਂ ਆਪਾਂ ਉਹਨਾਂ ਵਾਲੇ ਵਿਚਾਰ ਕਰ ਲੈਂਦੇ ਹਾਂ। ਭਾਈ ਕਾਨ੍ਹ ਸਿੰਘ ਨਾਭਾ ਨੇ ਬੜੇ ਹੀ ਵਿਸਥਾਰ ਨਾਲ ਆਪਣੇ ਜਿਹੜਾ ਹਿੰਦੂ ਵੀਰ ਦੇ ਸਵਾਲ ਸੀ ਉਹਨਾਂ ਦੇ ਜਿਹੜੇ ਜਵਾਬ ਦਿੱਤੇ ਨੇ, ਜਿਹਦੇ ਵਿੱਚ ਹੁਣ ਪਿੱਛੇ ਉਹਨਾਂ ਨੇ ਗੱਲ ਕੀਤੀ ਹੈ ਕਿ ਸੁਣਿਆ ਸਾਸਤ ਸਿਮਰਤ ਵੇਦ, ਅਤੇ ਇੱਥੇ ਉਹਨਾਂ ਨੇ ਬੜਾ ਭਾਈ ਕਾਨ੍ਹ ਸਿੰਘ ਨਾਭਾ ਨੇ ਉਹਦਾ ਜਵਾਬ ਦਿੱਤਾ ਹੈ ਕਿ ਇੱਥੇ ਸੁਣਨ ਦੀ ਜਿਹੜੀ ਹੈ ਇੱਕ ਪ੍ਰਕਰਨ ਜਿਹੜਾ ਹੈ ਉੱਥੇ ਪੌੜੀਆਂ ਜਪਜੀ ਸਾਹਿਬ ਦੇ ਵਿੱਚ ਜਿਹੜੇ ਦਿੱਤੀਆਂ ਵੀ ਸੁਣਿਆ ਸਰਾ ਗੁਣਾ ਕੇ ਗਾ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਆਤ ਹੋਵੇ ਸਗਾ। ਇਹ ਸੁਣਨ ਦਾ ਜਿਹੜਾ ਮਹੱਤਵ ਹੈ ਉਹ ਕਿੰਨਾ ਹੈ ਉਹਨੂੰ ਸਪਸ਼ਟ ਕੀਤਾ ਹੈ ਕਿ ਨਾ ਕਿ ਕਿਸੇ ਵੇਦ ਦਾ ਜਾਂ ਸਿਮਰਤੀ ਦਾ ਜਾਂ ਕਿਸੇ ਹੋਰ ਪੁਸਤਕ ਦਾ ਉਹਦਾ ਜਿਹੜਾ ਮਹੱਤਵ ਨੂੰ ਉਹਨਾਂ ਨੇ ਪ੍ਰਗਟ ਕੀਤਾ ਹੈ ਗੁਰਬਾਣੀ ਦੇ ਵਿੱਚ। ਅੱਗੇ ਕਹਿੰਦੇ ਵੇਦ ਕਹਿਨ ਇੱਕ ਬਾਤ, ਹਿੰਦੂ ਵੀਰ ਦਾ ਜਿਹੜਾ ਸਵਾਲ ਸੀ ਵੇਦ ਕਹਿਨ ਇੱਕ ਬਾਤ, ਉਹ ਇੱਕ ਵੀ ਵੇਦ ਜਿਹੜੇ ਹੈਗੇ ਹੈ ਉਹਨਾਂ ਨੂੰ ਵੀ ਉੱਤਮ ਉਹ ਕਹਿਣ ਦੀ ਇੱਥੇ ਗੱਲ ਕਰ ਰਹੇ ਨੇ। ਤਾਂ ਹੁਣ ਉਹ ਕਹਿੰਦੇ ਨੇ ਭਾਈ ਕਾਨ੍ਹ ਸਿੰਘ ਨਾਭਾ ਨੇ ਇੱਥੇ ਵੀ ਜਵਾਬ ਦਿੱਤਾ ਵੀ ਤੁਸੀਂ ਅਗਲੀ ਲਾਈਨ ਕਿਉਂ ਨਹੀਂ ਪੜ੍ਹਦੇ। ਸੋ ਉਹ ਵੀ ਸਹਿਸ 18 ਜਿਹੜੇ ਈਸਾਈਆਂ ਔਰ ਮੁਸਲਮਾਨਾਂ ਦੇ 4 ਕਿਤਾਬ ਆ ਉਹਦੇ ਵਿੱਚ 18,000 ਜਿਹੜੇ ਹੈ ਅਮਲਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਦਾ ਮੁੱਢ ਜਿਹੜਾ ਹੈਗਾ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਸੋ ਇੱਥੇ ਜਿਹੜਾ ਵੇਦ ਦੀ ਗੱਲ ਹੋ ਰਹੀ ਹੈ ਕਹਿਣ ਇੱਕ ਬਾਤ ਉਹ ਹੈਗਾ ਵੀ ਲੱਖ ਪਤਾਲਾਂ ਪਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ। ਸੋ ਇਹ ਵੇਦ ਜਿਹੜੇ ਹੈਗੇ ਇੱਕ ਬਾਤ ਜਿਹੜੀ ਹੈ ਉਹ ਇੱਕ ਮਤ ਹੋ ਕੇ ਗੱਲ ਕਹਿ ਰਹੇ ਨੇ ਵੀ ਲੱਖਾਂ ਪਤਾਲਾਂ ਨਾਲ ਲੱਖਾਂ ਆਕਾਸ਼ ਨੇ। ਸੋ ਇਹ ਜਿਹੜੀ ਗੱਲ ਹੈ ਇੱਥੇ ਵੇਦਾਂ ਨੂੰ ਜਾਂ ਕਿਸੇ ਗ੍ਰੰਥ ਨੂੰ ਉਹ ਨਹੀਂ ਮਤਲਬ ਕਹਿ ਲਿਆ ਵੀ ਗੱਲ ਮੇਨ ਕੀ ਹੈਗੀ ਹੈ। ਅਸੀਂ ਨਾਮ ਦੀ ਜਿਹੜੀ ਹੈ ਜਿਹੜਾ ਨਾਮ ਹੈ ਵਾਹਿਗੁਰੂ ਦਾ ਨਾਮ ਹੈ, ਅਕਾਲ ਪੁਰਖ ਪਰਮਾਤਮਾ ਦਾ ਨਾਮ ਜਿਹੜਾ ਹੈ, ਰਾਮ ਦਾ ਨਾਮ ਜਿਹੜਾ ਹੈ, ਉਸ ਪਰਮ ਪਿਤਾ ਪਰਮਾਤਮਾ ਦਾ ਜਿਹੜਾ ਨਾਮ ਆ ਉਹਦੇ ਬਾਰੇ ਗੱਲ ਨਹੀਂ ਕਰ ਰਹੇ, ਅਸੀਂ ਹੋਰ ਪਾਸੇ ਜਿਹੜੇ ਜਾ ਰਹੇ ਹਾਂ। ਇਹ ਗੱਲ ਜਿਹੜੀ ਇੱਥੇ ਇਹਨਾਂ ਪੰਕਤੀਆਂ ਦੇ ਵਿੱਚ ਸਮਝਾਉਣ ਦੀ ਜਿਹੜੀ ਹੈ ਗੱਲ ਹੈ ਨਾ ਕਿ ਕਿਸੇ ਧਰਮ ਪੁਸਤਕ ਨੂੰ ਜਾਂ ਪੁਸਤਕ ਨੂੰ ਉੱਤਮ ਜਾਂ ਨੀਵਾਂ ਦਿਖਾਉਣ ਦੀ ਗੱਲ ਹੈ। ਅੱਗੇ ਜਿਹੜੀ ਗੱਲ ਕਰਦੇ ਨੇ ਹਿੰਦੂ ਵੀਰ ਨਾਲ ਗੱਲ ਕੀਤੀ ਹੈ ਅਹਰਣ ਮਤ ਵੇਦ ਹਥਿਆਰ। ਔਰ ਅਹਰਣ ਜਿਹੜਾ ਹੈਗਾ ਹੁਣ ਇਹ ਜਿਹੜੀ ਪੰਕਤੀ ਸ਼ੁਰੂ ਹੁੰਦੀ ਹੈ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ। ਇਹ ਇੱਕ ਦ੍ਰਿਸ਼ਟਾਂਤ ਦਿੰਦੇ ਨੇ ਗੁਰੂ ਸਾਹਿਬ ਸਮਝਾਉਣਾ ਕਰਦੇ ਨੇ ਵੀ ਕਿਵੇਂ ਉਸ ਗਿਆਨ ਨੂੰ ਪ੍ਰਾਪਤ ਕਰਨਾ, ਕਿਵੇਂ ਉਸ ਮਹਾਂ ਗਿਆਨ ਨੂੰ ਪ੍ਰਾਪਤ ਕਰਨਾ। ਇੱਥੇ ਹੁਣ ਵੇਦ ਜਿਹੜੇ ਤਾਂ ਗੁਰਬਾਣੀ ਦੀ ਵਿਆਕਰਨ ਨੂੰ ਜਾਣਦੇ ਜਾਂ ਗੁਰਬਾਣੀ ਨੂੰ ਜਾਣਦੇ ਆ, ਇੱਥੇ ਵੇਦ ਦੇ ਪੈਰ ਦੇ ਵਿੱਚ ਜਿਹੜਾ ਦੱਦੇ ਦੇ ਪੈਰ ਦੇ ਵਿੱਚ ਔਂਕੜ ਲੱਗਿਆ ਜਿਹੜਾ ਕਿ ਇੱਕ ਵਚਨ ਦਾ ਸੂਚਕ ਹੈ ਔਰ ਉਹ ਗਿਆਨ ਉਹਦੇ ਅਰਥ ਜਿਹੜੇ ਆ ਗਿਆਨ ਹੈ। ਜੇ ਵੇਦ ਦੇ ਹੁਣ ਜਿਹੜੇ ਪਹਿਲਾਂ ਵੇਦ ਆਇਆ ਜਾਂ ਆਪਾਂ ਪਹਿਲਾਂ ਜਿਹੜੀ ਗੱਲ ਕੀਤੀ ਸੀ ਵੀ ਸੁਣਿਆ ਸਾਸਤ ਸਿਮਰਤ ਵੇਦ, ਇੱਥੇ ਵੇਦ ਇਕੱਲਾ ਦੱਦਾ ਜਿਹੜਾ ਉਹ ਦੱਦੇ ਦੇ ਪੈਰ ਔਂਕੜ ਨਹੀਂ ਹੈ। ਇੱਥੇ ਜਿਹੜੇ ਵੇਦ ਉਹ 4 ਵੇਦਾਂ ਦੀ ਗੱਲ ਹੋ ਰਹੀ ਹੈ ਅਤੇ ਜਿਹਨੂੰ ਤਾਂ ਵਿਆਕਰਨ ਦਾ ਗਿਆਨ ਆ ਉਹ ਤਾਂ ਭੁਲੇਖਾ ਨਹੀਂ ਖਾਂਦਾ, ਜਿਹਨੂੰ ਨਹੀਂ ਆ ਉਹ ਫਿਰ ਇਹਨਾਂ ਨੂੰ ਇਸੇ ਵੇਦ ਨੂੰ ਵੀ ਉਹ ਵੇਦ ਹੀ ਗਿਣਦੇ ਨੇ ਅਤੇ ਦੂਸਰੇ ਵੇਦ ਨੂੰ ਵੀ ਵੇਦ ਦੱਦੇ ਨੂੰ ਔਂਕੜ ਵਾਲੇ ਨੂੰ ਵੀ ਔਰ ਦੱਦੇ ਨੂੰ ਔਂਕੜ ਤੋਂ ਬਗੈਰ ਵਾਲੇ ਨੂੰ ਵੀ। ਸੋ ਇੱਥੇ ਜਿਹੜਾ ਵੇਦ ਹੈ ਉਹ ਹੈਗਾ ਦੱਦੇ ਨੂੰ ਔਂਕੜ ਵੀ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ। ਅਤੇ ਇਹ ਵੇਦ ਗਿਆਨ ਹੈ ਯਾਨੀ ਕਿ ਜਿਹਦੀ ਇਸ ਪੰਕਤੀ ਦਾ ਜੇ ਆਪਾਂ ਅਰਥ ਕਰੀਏ ਹੁਣ ਉਸ ਡੂੰਘਾਈ ਤੱਕ ਸ਼ਾਇਦ ਮੈਂ ਨਾ ਕਰ ਪਾਵਾਂ, ਪਰ ਫਿਰ ਵੀ ਹੁਣ ਜਿਨ੍ਹਾਂ ਨੇ ਸੁਨਿਆਰੇ ਦੀ ਦੁਕਾਨ ਦੇਖੀ ਹੈ ਉਹਦੇ ਵਿੱਚ ਜਿਹੜਾ ਇੱਕ ਉਹ ਜਦੋਂ ਕੋਈ ਗਹਿਣਾ ਬਣਾਉਂਦਾ ਤਾਂ ਉਹਦੇ ਕੋਲ ਹਥੌੜਾ ਹੁੰਦਾ ਛੋਟੀ ਜਿਹੀ ਜਿਹਨਾਂ ਉਹ ਸੱਟ ਮਾਰਦਾ ਅਤੇ ਜਿੱਥੇ ਉਹ ਰੱਖ ਕੇ ਮਾਰਦਾ ਹੈ ਉਹਨੂੰ ਕਹਿੰਦੇ ਆ ਅਹਰਣ। ਉਹ ਵੀ ਲੋਹੇ ਦੀ ਜਾਂ ਕੋਈ ਸਖਤ ਹੁੰਦੀ ਹੈ ਜਿਹਦੇ 'ਤੇ ਰੱਖ ਕੇ ਸੱਟ ਮਾਰੀ ਜਾਂਦੀ ਹੈ। ਤਾਂ ਗੁਰੂ ਸਾਹਿਬ ਨੇ ਇੱਕ ਉਹ ਉਦਾਹਰਨ ਦਿੱਤੀ ਵੀ ਜਤ ਪਹਾਰਾ ਧੀਰਜ ਸੁਨਿਆਰ। ਜਤ ਪਹਾਰਾ ਧੀਰਜ ਜਿਹੜਾ ਸੁਨਿਆਰ ਹੈ, ਧੀਰਜ ਰੂਪੀ ਸੁਨਿਆਰਾ ਹੈ। ਅਤੇ ਜਿਹੜੀ ਅੱਗੇ ਗੱਲ ਹੈਗੀ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਜਿਹੜੀ ਹੈ ਅਹਰਣ ਉਹ ਮੱਤ ਹੈ ਜਿਹੜੀ ਸਾਡੀ ਮਾਤਾ ਉਹਨੂੰ ਅਹਰਣ ਬਣਾ ਅਤੇ ਜਿਹੜਾ ਵੇਦ ਹਥਿਆਰ ਵੇਦ ਨੂੰ ਹਥੌੜਾ ਬਣਾ ਕੇ ਉਹਦੇ 'ਤੇ ਸੱਟ ਮਾਰਨ ਨਾਲ ਇਹ ਇਸ ਤਰ੍ਹਾਂ ਦਾ ਆਪਣਾ ਜਿਹੜਾ ਹੈਗਾ ਵੀ ਉਹ ਜੇ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ। ਜੇ ਪ੍ਰੋਫੈਸਰ ਸਾਹਿਬ ਸਿੰਘ ਦੇ ਅਸੀਂ ਅਰਥ ਦੇਖੀਏ ਤਾਂ ਉਹ ਲਿਖਦੇ ਨੇ ਕਿ ਜੇ ਜਤ ਰੂਪੀ ਦੁਕਾਨ ਹੋਵੇ ਧੀਰਜ ਸੁਨਿਆਰਾ ਬਣੇ
ਤੇ ਮਨੁੱਖ ਦੀ ਆਪਣੀ ਮਤ ਐਰਣ ਹੋਵੇ, ਉਸ ਮਤ ਐਰਣ ਉਤੇ ਗਿਆਨ ਹਥੌੜਾ ਵੱਜੇ। ਸੋ ਇੱਥੇ ਵੇਦ ਜਿਹੜਾ ਹੈਗਾ, ਵੇਦ ਦੇ ਜਿਹੜੇ ਅਰਥ ਹੈ ਉਹ ਵੇਦ ਦੇ ਅਰਥ ਗਿਆਨ ਦੇ ਰੂਪ ਦੇ ਵਿੱਚ ਹੈ, ਨਾ ਕਿ ਕਿਸੇ ਧਰਮ ਪੁਸਤਕ ਦੇ ਰੂਪ ਦੇ ਵਿੱਚ। ਸੋ ਇਹ ਗੱਲ ਵੀ ਭਾਈ ਕਾਨ੍ਹ ਸਿੰਘ ਨਾਭਾ ਨੇ ਬੜੇ ਵਿਸਥਾਰ ਨਾਲ ਉਹਨਾਂ ਦਾ ਜਿਹੜਾ ਬ੍ਰਹਤ ਪਰਾਸਰ ਸੰਹਿਤਾ ਦੇ ਵਿੱਚੋਂ ਦੇ ਕੇ ਦੱਸਿਆ ਹੈ ਕਿ ਵੇਦ ਜਿਹੜੇ ਹੈਗੇ ਆ ਉਹ ਗਿਆਨ, ਕਿਸ ਗਿਆਨ ਦੀ ਗੱਲ ਹੋ ਰਹੀ ਹੈ, ਕਿਸ ਨੂੰ ਵੇਦ ਕਹਿੰਦੇ ਨੇ। ਜਿਹੜੇ ਹਿੰਦੂਆਂ ਦੀ ਇੱਕ ਬ੍ਰਹਤ ਪਰਾਸਰ ਸੰਹਿਤਾ ਉਹਦੇ ਵਿੱਚੋਂ ਉਹਨਾਂ ਨੇ ਇਹ ਉਦਾਹਰਨ ਦਿੱਤੀ ਹੈ, ਹਵਾਲਾ ਦਿੱਤਾ ਹੈ। ਇਹਦੇ ਨਾਲ ਉਹਨਾਂ ਨੇ ਇੱਕ ਹੋਰ ਮੁੰਡਕ ਉਪਨਿਸ਼ਦ ਵਿੱਚੋਂ ਵੀ ਲਿਖਿਆ ਹੈ, ਉਹਦੇ ਵਿੱਚੋਂ ਇਹ ਇੱਕ ਉਹਨਾਂ ਨੇ ਹਵਾਲਾ ਦਿੱਤਾ ਹੈ। ਸੋ ਜਪਜੀ ਵਿੱਚ ਜੋ ਵੇਦ ਹਥਿਆਰ ਲਿਖਿਆ ਹੈ ਸੋ ਉਹ ਮਹਾ ਗਿਆਨ ਦਾ ਨਾਮ ਹੈ, ਨਾ ਕਿ ਜਿਸ ਨੂੰ ਪਰਾ ਵਿਦਿਆ ਆਖਿਆ ਜਾਂਦਾ ਹੈ, ਨਾ ਕਿ ਕਿਸੇ ਧਰਮ ਪੁਸਤਕ ਦਾ। ਅੱਗੇ ਹਿੰਦੂ ਵੀਰ ਸਵਾਲ ਕਰਦਾ ਹੈ, ਦੇਖੋ ਜਪਜੀ ਸਾਹਿਬ ਵਿੱਚ ਲਿਖਿਆ ਹੈ ਗਾਵਨ ਪੰਡਤ ਪੜ੍ਹਨ ਰਖੀਸਰ ਜੁਗ ਜੁਗ ਵੇਦਾਂ ਨਾਲੇ। ਹੁਣ ਭਾਈ ਕਾਨ੍ਹ ਸਿੰਘ ਨਾਭਾ ਇੱਕ ਸਿੱਖ ਦੇ ਰੂਪ ਵਿੱਚ ਜਵਾਬ ਦਿੰਦੇ ਨੇ, ਇਹ ਵੀ ਤਾਂ ਲਿਖਿਆ ਹੈ ਗਾਵੈ ਖਾਣੀ ਚਾਰੇ ਤੁਧ ਧਿਆਇਨ ਵੇਦ ਕਤੇਬਾਂ ਸਣ ਖੜੇ। ਇਹ ਵਾਰ ਗੁਜਰੀ ਦੀ ਮਹੱਲਾ 5ਵਾਂ ਵਿੱਚੋਂ ਦਿੱਤਾ ਹੈ। ਜਿੱਥੇ ਡੱਡੂ ਬਿੰਡੇ ਪਸ਼ੂ ਪੰਛੀ ਵੀ ਸਾਡੇ ਸਤਿਗੁਰਾਂ ਨੂੰ ਵਾਹਿਗੁਰੂ ਦਾ ਜਾਪ ਕਰਦੇ ਪ੍ਰਤੀਤ ਹੁੰਦੇ ਹਨ, ਉੱਥੇ ਇਹ ਕਹਿਣਾ ਕਿ ਆਪ ਦੇ ਮਤ ਦੀ ਪੁਸ਼ਟੀ ਕਰਦਾ ਹੈ। ਸਾਡੇ ਸਤਿਗੁਰੂ ਜੀ ਫਰਮਾਉਂਦੇ ਹਨ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿਆਪਾ ਕਰਦੀਆਂ ਇਸਤਰੀਆਂ ਨੂੰ ਵੀ ਵਾਹਿਗੁਰੂ ਦਾ ਜਾਪ ਕਰਦਿਆਂ ਦੱਸਿਆ ਹੈ, ਜਥਾ ਹੈ ਕਰ ਕੈ ਉਹ ਕਰੇਨ ਗਲਾ ਪਿੱਟਨ ਸਿਰ ਕੋਹੇਨ ਨਾਉ ਲੈਨ ਅਰ ਕਰਨ ਸਮਾਏ ਨਾਨਕ ਤਿਨ ਬਲਿਹਾਰੇ ਜਾਏ। ਅਰ ਜਗਤ ਗੁਰੂ ਨੂੰ ਹਰਟ ਦੀ ਧੁਨੀ ਵੀ ਕਰਤਾਰ ਦਾ ਜਾਪ ਹੀ ਪਾਸਦੀ ਸੀ। ਦੇਖੋ ਸ਼ਲੋਕ 12 ਤੇ ਵਿਦੇਕ ਹਰ ਹਟ ਵੀ ਤੂੰ ਕਰੈ। ਸੋ ਇਹ ਜਵਾਬ ਭਾਈ ਕਾਨ੍ਹ ਸਿੰਘ ਨਾਭਾ ਨੇ ਹਿੰਦੂ ਵੀਰ ਨੂੰ ਇਸ ਦਾ ਦਿੱਤਾ ਕਿ ਜਿਹੜਾ ਉਹ ਕਹਿੰਦੇ ਵੀ ਗਾਵਨ ਪੰਡਤ ਪੜ੍ਹਨ ਰਖੀਸਰ ਜੁਗ ਜੁਗ ਵੇਦਾਂ ਨਾਲੇ, ਵੀ ਇੱਥੇ ਜਿਹੜੇ ਵੇਦ ਤੁਹਾਡੇ ਉਹ ਵੇਦ ਆ ਉਹਨਾਂ ਨਾਲ ਕੋਈ ਨਹੀਂ ਗੱਲਬਾਤ, ਇੱਥੇ ਗੱਲ ਕੁਛ ਹੋਰ ਹੋ ਰਹੀ ਹੈ। ਗੱਲ ਹੋ ਰਹੀ ਹੈ ਵੀ ਉਹਨੂੰ ਕੌਣ ਕੌਣ ਗਾ ਰਿਹਾ, ਕੌਣ ਕੌਣ ਉਹਨੂੰ ਸਾਰੇ ਹੀ ਜਿਹੜੇ ਪੰਡਤ ਰਿਖੀ ਮਹਾਪੰਡਤ ਜਿਹੜੇ ਹੈਗੇ ਆ, ਜਿਹੜਾ ਜੁਗਾਂ ਜੁਗਾਂ ਤੋਂ ਵੇਦ ਪੜ੍ਹਦੇ ਆ ਰਹੇ ਨੇ ਤੇ ਉਹ ਵੇਦਾਂ ਦੇ ਨਾਲ ਤੈਨੂੰ ਵੀ ਗਾ ਰਹੇ ਨੇ, ਤੈਨੂੰ ਕੀ ਕੌਣ ਕੌਣ ਗਾ ਰਹੇ ਨੇ, ਤੈਨੂੰ ਤਾਂ ਸਾਰੀ ਕਾਇਨਾਤ ਗਾ ਰਹੀ, ਜਿਹੜੀ ਤੇਰੀ ਚਾਰੇ ਖਾਣੀਆਂ ਗਾ ਰਹੀਆਂ ਨੇ, ਹੈ ਤੈਨੂੰ ਡੱਡੂ ਗਾ ਰਹੇ ਨੇ, ਤੈਨੂੰ ਪਸ਼ੂ ਪੰਛੀ ਸਾਰੇ ਗਾ ਰਹੇ ਨੇ। ਸੋ ਇੱਥੇ ਕਿੱਥੇ ਇਹਦੇ ਨਾਲ ਸਿੱਧ ਹੁੰਦਾ ਕਿ ਇਹ ਵੇਦ ਜਿਹੜੇ ਹੈਗੇ ਆ ਜਾਂ ਉੱਤਮ ਹੈ, ਜਾਂ ਇਹ ਵੇਦ ਜਿਹੜੇ ਹੈਗੇ ਉੱਤਮ ਨਹੀਂ ਹੈ, ਜਾਂ ਇਹ ਵੇਦ ਜੇ ਉੱਤਮ ਹੈ ਜਾਂ ਨਹੀਂ ਹੈ, ਇਹ ਨਾਲ ਸਿੱਖ ਜਿਹੜੇ ਹਿੰਦੂ ਬਣ ਜਾਂਦੇ। ਇਹਦੇ ਨਾਲ ਤੁਸੀਂ ਕੀ ਸਿੱਧ ਕਰਨਾ ਚਾਹੁੰਦੇ ਹੋ? ਇਹ ਭਾਈ ਕਾਨ੍ਹ ਸਿੰਘ ਨਾਭਾ ਨੇ ਉਹਨਾਂ ਨੂੰ ਸਮਝਾਉਣਾ ਕੀਤਾ ਹੈ। ਅੱਗੇ ਹਿੰਦੂ ਵੀਰ ਦਾ ਸਵਾਲ, ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਵੇਦ ਪਾਠ ਮਤ ਪਾਪਾਂ ਖਾਏ ਸਿੱਖ। ਇਸ ਦਾ ਇਹ ਅਰਥ ਹੈ ਕਿ ਗਿਆਨ ਵਿਚਾਰ ਨਾਲ ਪਾਠ ਕੀਤਾ ਹੋਇਆ ਪਾਪਾਂ ਨੂੰ ਇਸ ਤਰ੍ਹਾਂ ਨਾਸ਼ ਕਰ ਦਿੰਦਾ ਹੈ ਜਿਸ ਤਰ੍ਹਾਂ ਦੀਵਾ ਬਲੈ ਅੰਧੇਰਾ ਜਾਏ। ਜੋ ਲੋਕ ਅਰਥ ਵਿਚਾਰ ਬਿਨਾਂ ਪਾਠ ਕਰਦੇ ਹਨ ਉਹਨਾਂ ਨੂੰ ਲਾਭ ਨਹੀਂ ਪ੍ਰਾਪਤ ਹੁੰਦਾ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਸਿੱਖ ਨੂੰ ਜੋ ਅਰਥ ਵਿਚਾਰ ਬਿਨਾਂ ਅਸ਼ੁੱਧ ਗੁਰਬਾਣੀ ਪੜ੍ਹ ਰਿਹਾ ਸੀ ਮਾਰ ਪਵਾਈ ਸੀ। ਪਿਆਰੇ ਹਿੰਦੂ ਭਾਈ, ਜੇ ਆਪ ਦਾ ਇਹੀ ਪੱਕਾ ਹੱਟ ਹੈ ਕਿ ਵੇਦ ਨਾਮਕ ਪੁਸਤਕਾਂ ਦਾ ਪਾਠ ਪਾਪਮਤੀ ਦੂਰ ਕਰ ਦਿੰਦਾ ਹੈ ਤਾਂ ਆਓ ਮੂਰਖ ਦੁਰਾਚਾਰੀਆਂ ਪਾਸ ਵੇਦ ਦੀ ਧੁਨੀ ਕਰੀਏ ਔਰ ਪਰਖੀਏ ਕਿ ਹੁਣ ਉਹਨਾਂ ਦੀ ਪਾਪਮਤੀ ਬਦਲ ਕੇ ਪੁੰਨਮਤੀ ਹੋਈ ਹੈ ਜਾਂ ਨਹੀਂ, ਔਰ ਆਪ ਨੂੰ ਨਿਰਸੰਦੇਹ ਕਰਨ ਵਾਸਤੇ ਕਿ ਇਸ ਸ਼ਬਦ ਵਿੱਚ ਵੇਦ ਪਾਠ ਦੀ ਮਹਿਮਾ ਨਹੀਂ, ਇਸ ਦੀਆਂ ਅਗਲੀਆਂ ਤੁਕਾਂ ਲਿਖਦੇ ਹਾਂ। ਸੋ ਭਾਈ ਕਾਨ੍ਹ ਸਿੰਘ ਨਾਭਾ ਕਹਿੰਦੇ ਵੀ ਜੇ ਤੁਹਾਡਾ ਪੱਕਾ ਹੀ ਇਹ ਵਿਸ਼ਵਾਸ ਹੈ ਕਿ ਵੇਦ ਜਿਹੜੇ ਇੱਕ ਪਵਿੱਤਰ ਪੁਸਤਕਾਂ ਨੇ, ਗ੍ਰੰਥ ਨੇ, ਤਾਂ ਇਹਨਾਂ ਦਾ ਇੱਕ ਜਿਹੜੇ ਮਾੜੀ ਬੁੱਧੀ ਵਾਲੇ ਲੋਕ ਨੇ ਉਹਨਾਂ ਨੂੰ ਲਾਗੇ ਇਹਨਾਂ ਦੀਆਂ ਧੁਨੀਆਂ ਜਿਹੜੀਆਂ ਇਹਨਾਂ ਦਾ ਪਾਠ ਸੁਣਾਇਆ ਜਾਵੇ ਤਾਂ ਉਹਨਾਂ ਨੂੰ ਪਰਖਿਆ ਜਾਵੇ ਕਿ ਉਹਨਾਂ ਦੀ ਮੱਤ ਜਿਹੜੀ ਹੈਗੀ ਹੈ ਉਹ ਜਿਹੜੀ ਹੈ ਚੰਗੀ ਹੋਈ ਕਿ ਨਹੀਂ। ਬਾਕੀ ਕਹਿੰਦੇ ਮੈਂ ਦੂਸਰੀ ਗੱਲ ਜਿਹੜੀ ਹੈ ਵੀ ਮੈਂ ਤੁਹਾਨੂੰ ਇਹਨਾਂ ਜਿਹੜੀਆਂ ਪੰਕਤੀਆਂ ਹੈ ਉਹਦੇ ਅੱਗੇ ਦੀ ਜਿਹੜੀ ਗੱਲ ਕਰਦਾ, ਜਿਹੜਾ ਤੁਸੀਂ ਸਵਾਲ ਕੀਤਾ ਵੇਦ ਪਾਠ ਮਤ ਮਾਪਾ ਖੋਏ, ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ। ਵੇਦ ਪਾਠ ਸੰਸਾਰ ਕੀ ਕਾਰ
ਪੜ੍ਹ ਪੜ੍ਹ ਪੰਡਿਤ ਕਰਹਿ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ। ਸੋ ਉਹ ਕਹਿੰਦੇ ਵੀ ਜਿਨ੍ਹਾਂ ਨੇ ਬੁੱਝਿਆ ਹੀ ਨਹੀਂ ਹੈਗਾ, ਪੜ੍ਹਿਆ ਹੀ ਨਹੀਂ ਹੈਗਾ, ਜਿਨ੍ਹਾਂ ਨੇ ਵਿਚਾਰਿਆ ਨਹੀਂ ਹੈਗਾ, ਉਹ ਤਾਂ ਪੜ੍ਹ ਕੇ ਖੁਆਰ ਹੀ ਹੋਏ ਨੇ। ਸੋ ਭਾਈ ਕਾਨ੍ਹ ਸਿੰਘ ਨਾਭਾ ਹਿੰਦੂ ਵੀਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਹਿੰਦੇ ਨੇ ਕਿ ਜੇ ਇਹੀ ਤੇਰਾ ਪੱਕਾ ਹੱਠ ਹੈ ਕਿ ਵੇਦਾਂ ਦਾ ਪਾਠ ਜਿਹੜਾ ਹੈਗਾ ਉਹ ਜਿਹੜੀ ਮਾੜੀ ਮਾਤਾ ਉਹਨੂੰ ਦੂਰ ਕਰ ਦਿੰਦਾ, ਤਾਂ ਇਹਦੀ ਪ੍ਰੀਖਿਆ ਕਰ ਲੈਣੀ ਚਾਹੀਦੀ ਹੈ ਕਿ ਇੱਕ ਜਿਹੜੀ ਮਾੜੀ ਮੱਤ ਵਾਲਾ ਬੰਦਾ ਉਹਦੇ ਲਾਗੇ ਵੇਦਾਂ ਦੇ ਪਾਠ ਦੀ ਜਿਹੜੀ ਧੁਨੀ ਆ ਉਹ ਉਹਨਾਂ ਨੂੰ ਸੁਣਾਈ ਜਾਵੇ ਤਾਂ ਫਿਰ ਉਹਨੂੰ ਪਰਖਿਆ ਜਾਵੇ। ਅਤੇ ਦੂਜਾ ਕਹਿੰਦੇ ਵੀ ਜੇ ਦੂਸਰੀ ਤੋਂ ਜਿਹੜੀ ਗੱਲ ਕਰਦੇ ਆ ਵੀ ਆਹ ਜਿਹੜਾ ਉਹਨਾਂ ਨੇ ਸਵਾਲ ਕੀਤਾ ਸੀ ਹਿੰਦੂ ਵੀਰ ਨੇ ਵੀ ਵੇਦ ਪਾਠ ਮਤ ਪਾਪਾਂ ਖਾਏ, ਤਾਂ ਵੀ ਵੇਦ ਦਾ ਪਾਠ ਹੈ ਜਿਹੜਾ ਉਹ ਜਿਹੜੇ ਮਤ ਦੇ ਪਾਪ ਆ ਉਹਨੂੰ ਖਾ ਜਾਂਦਾ ਹੈ। ਪਾਠ ਕਰਨ ਦੇ ਨਾਲ ਨਹੀਂ, ਭਾਈ ਕਾਨ੍ਹ ਸਿੰਘ ਨਾਭਾ ਕਹਿੰਦੇ ਵਿਚਾਰ, ਜਦ ਤੱਕ ਵਿਚਾਰ ਕਰਕੇ ਉਹਨੂੰ ਮੰਨਿਆ ਨਹੀਂ ਨਾ ਹੈਗਾ ਉਦੋਂ ਤੱਕ ਗੱਲ ਨਹੀਂ ਜੇ ਬਣਨੀ। ਅਤੇ ਉਹ ਅਗਲੀ ਤੁੱਕ ਕਹਿੰਦੇ ਵੀ ਅੱਗੇ ਜਿਹੜੇ ਆਪਾਂ ਤੁੱਕਾਂ ਨੂੰ ਪੜ੍ਹ ਲੈਂਦੇ ਹਾਂ, ਅੱਗੇ ਹੈਗਾ ਵੀ ਵੇਦ ਪਾਠ ਸੰਸਾਰ ਕੀ ਕਾਰ ਪੜ੍ਹ ਪੜ੍ਹ ਪੰਡਤ ਕਰਹਿ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ। ਹੁਣ ਗਿਆਨੀ ਸਾਹਿਬ ਸਿੰਘ ਜੀ ਦਾ ਜੇ ਆਪਾਂ ਟੀਕਾ ਦੇਖੀਏ ਤਾਂ ਉਹ ਇਹਦੇ ਅਰਥ ਜਿਹੜੇ ਕਰਦੇ ਨੇ ਉਹ ਇਹ ਕਰਦੇ ਨੇ ਕਿ ਵੇਦ ਆਦਿਕ ਧਰਮ ਪੁਸਤਕਾਂ ਦੇ ਨਿਰੇ ਪਾਠ ਦਾ ਦੁਨਿਆਵੀ ਵਿਹਾਰ ਸਮਝੋ। ਇਹ ਇੱਕ ਦੁਨਿਆਵੀ ਵਿਵਹਾਰ ਹੈ, ਇੱਕ ਕਾਂਡ ਹੀ ਸਮਝੋ ਤੁਸੀਂ ਵੀ ਪੜ੍ਹ ਲਿਆ, ਪਾਠ ਕਰ ਲਿਆ। ਵਿਦਵਾਨ ਲੋਕ ਇਹਨਾਂ ਨੂੰ ਪੜ੍ਹ ਪੜ੍ਹ ਕੇ ਇਹਨਾਂ ਦੇ ਸਿਰਫ ਅਰਥ ਹੀ ਵਿਚਾਰਦੇ ਹਨ ਜਦ ਤੱਕ ਮਤ ਨਹੀਂ ਬਦਲਦੀ। ਅਰਥ ਵਿਚਾਰ ਕੇ ਜਦੋਂ ਤੱਕ ਉਹਨਾਂ ਦੀ ਮਤ ਨਹੀਂ ਬਦਲਦੀ, ਨਿਰੇ ਪਾਠ ਤੇ ਅਰਥ ਵਿਚਾਰ ਨਾਲ ਤਾਂ ਲੁਕਾਈ ਖੁਆਰ ਹੀ ਹੁੰਦੀ ਹੈ। ਹੇ ਨਾਨਕ, ਉਹ ਮਨੁੱਖ ਹੀ ਪਾਪਾਂ ਦੇ ਹਨੇਰੋਂ ਤੋਂ ਪਾਰ ਲੰਘਦਾ ਹੈ ਜਿਸ ਨਾਲ ਆਪਣੀ ਮਤ ਗੁਰੂ ਦੇ ਹਵਾਲੇ ਕਰ ਦਿੱਤੀ। ਜਿਹੜੇ ਹੈ ਵੀ ਇਹਦਾ ਨਾਨਕ ਗੁਰਮੁਖ ਉਤਰਸ ਪਾਰ, ਉਹ ਗੁਰਮੁਖ ਜਿਨ੍ਹਾਂ ਨੇ ਆਪਣੀ ਮਤ ਗੁਰੂ ਦੇ ਹਵਾਲੇ ਕਰ ਦਿੱਤੀ ਉਹੀ ਪਾਰ ਜਿਹੜੇ ਹੈ ਹੋਣਗੇ। ਇਹ ਕੇਵਲ ਪਾਠ ਕਰਨ ਦੇ ਨਾਲ ਕਿਸੇ ਦੀ ਮਤ ਜਿਹੜੀ ਹੈਗੀ ਆ ਉਹ ਮਾੜੀ ਮਤ ਜਿਹੜੀ ਹੈ ਚੰਗੀ ਨਹੀਂ ਹੋ ਜਾਂਦੀ ਹੈ ਜਦ ਤੱਕ ਉਹਨੂੰ ਵਿਚਾਰਾਂਗੇ ਨਹੀਂ ਔਰ ਵਿਚਾਰ ਕੇ ਮੰਨਾਂਗੇ ਨਹੀਂ ਹੈਗੇ। ਇਹ ਨਹੀਂ ਵੀ ਵਿਚਾਰ ਲਿਆ ਪਤਾ ਲੱਗ ਗਿਆ ਸਾਨੂੰ, ਪਰ ਜਦ ਤੱਕ ਅਸੀਂ ਆਪਣੇ ਜੀਵਨ 'ਤੇ ਉਹਨੂੰ ਚਲਾਇਆ ਨਹੀਂ, ਹੰਢਾਇਆ ਨਹੀਂ, ਉਦੋਂ ਤੱਕ ਅਸੀਂ ਜਿਹੜੀ ਹੈਗੀ ਉਹ ਮਾੜੀ ਮੱਤ ਸਾਡੀ ਦੂਰ ਨਹੀਂ ਹੋ ਸਕਦੀ। ਸੋ ਇਸ ਤਰ੍ਹਾਂ ਭਾਈ ਕਾਨ੍ਹ ਸਿੰਘ ਨਾਭਾ ਨੇ ਹਿੰਦੂ ਵੀਰ ਦੇ ਜੋ ਸਵਾਲ ਹੁੰਦੇ ਨੇ ਉਹਦੇ ਇੱਕ ਇੱਕ ਕਰਕੇ ਉਹ ਜਵਾਬ ਇੱਕ ਸਿੱਖ ਦੇ ਰੂਪ 'ਚ ਇਸ ਪੁਸਤਕ ਦੇ ਵਿੱਚ ਦੇ ਰਹੇ ਨੇ, ਜਿਨ੍ਹਾਂ ਨੂੰ ਅਸੀਂ ਇਸ ਪ੍ਰੋਗਰਾਮ ਦੇ ਜਿਹੜਾ ਹਮ ਹਿੰਦੂ ਨੇ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਜੇ ਤੁਹਾਨੂੰ ਇਹ ਸਾਡੇ ਵਿਚਾਰ ਜਿਹੜੀ ਹੈ ਚੰਗੀ ਲੱਗੀ ਹੈ, ਜੇ ਪ੍ਰੋਗਰਾਮ ਤੁਹਾਨੂੰ ਠੀਕ ਲੱਗ ਰਿਹਾ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਸਾਡਾ ਜਿਹੜਾ ਇੱਕ ਛੋਟਾ ਜਿਹਾ ਅਸੀਂ ਉਦਮ ਕਰ ਰਹੇ ਹਾਂ ਉਹ ਸਫਲ ਹੋ ਸਕੇ। ਅਤੇ ਭਾਈ ਕਾਨ੍ਹ ਸਿੰਘ ਨਾਭਾ ਨੇ ਜਿਹੜਾ ਅੱਜ ਤੋਂ 100 ਸਾਲ ਲਗਭਗ 100 ਸਾਲ ਪਹਿਲਾਂ 120 ਸਾਲ ਪਹਿਲਾਂ ਜਿਹੜੀ ਇਹ ਕਿਤਾਬ ਲਿਖੀ ਸੀ ਉਹਦਾ ਜਿਹੜਾ ਹੈ ਸਹੀ ਜਿਹੜਾ ਅੱਜ ਵੀ ਦੀ ਲੋੜ ਹੈ। ਤਾਂ ਇੱਕ ਜਿਹੜੀ ਸਿੱਖ ਦੀ ਵਿਲੱਖਣ ਪਹਿਚਾਣ, ਸਿੱਖ ਧਰਮ ਦੀ ਵਿਲੱਖਣ ਹੋਂਦ ਜਿਹੜੀ ਹੈਗੀ ਆ ਉਹ ਸਾਰਿਆਂ ਨੂੰ ਪਤਾ ਲੱਗ ਸਕੇ ਵੀ ਸਿੱਖ ਜਿਹੜੇ ਆ ਉਹ ਵੱਖਰੇ ਕਿਵੇਂ ਹੈ ਅਤੇ ਕਿਉਂ ਨਹੀਂ ਉਹ ਬਾਕੀ ਧਰਮਾਂ ਨਾਲੋਂ ਉਹਨਾਂ ਦਾ ਵੱਖਰਾਪਨ ਕੀ ਹੈ, ਕੀ ਵਿਲੱਖਣਤਾ ਹੈ, ਤਾਂ ਉਹ ਸਾਰਿਆਂ ਨੂੰ ਪਤਾ ਲੱਗ ਸਕੇ। ਜਿਹੜੇ ਲੋਕ ਜਾਣਨਾ ਚਾਹੁੰਦੇ ਨੇ ਸਿੱਖ ਧਰਮ ਦੇ ਬਾਰੇ ਜਾਣਨਾ ਚਾਹੁੰਦੇ ਤਾਂ ਉਹਨਾਂ ਨੂੰ ਵੀ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਸੋ ਇੰਨੀਆਂ ਕਿ ਹੀ ਜਿਹੜੀਆਂ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਇਸੇ ਤਰ੍ਹਾਂ ਜੁੜੇ ਰਹੋ ਵਿਜ਼ਨ 1469 ਨਾਲ। ਹੁਣ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।